Hello students, welcome back to my channel Edunation with Jyotsna। ਅੱਜ ਆਪਾਂ 9th class ਦਾ second chapter ਕਰਨ ਜਾ ਰਹੇ ਹਾਂ Is matter around us pure? ਕੀ ਸਾਡੇ ਆਲੇ ਦੁਆਲੇ ਦਾ ਪਦਾਰਥ ਸ਼ੁੱਧ ਹੈ? ਪਹਿਲੇ lectures ਦੇ ਵਿੱਚ ਅਸੀਂ first chapter cover ਕੀਤਾ ਸੀ ਜਿਹਦੇ ਵਿੱਚ ਅਸੀਂ matter ਦੇ ਬਾਰੇ ਚ ਪੜ੍ਹਿਆ ਸੀ। ਉੱਥੇ ਅਸੀਂ matter ਦੀਆਂ ਸਾਰੀਆਂ properties ਉਹਦੇ ਸਾਰੇ ਗੁਣ ਸਭ ਕੁਝ ਕਰ ਲਿਆ ਸੀ। ਹੁਣ ਅਸੀਂ ਇਸ chapter ਦੇ ਵਿੱਚ ਪਤਾ ਕਰਨਾ ਹੈ ਕਿ ਜਿਹੜਾ ਅਸੀਂ ਉਹ ਪਦਾਰਥ ਬਾਰੇ ਪੜ੍ਹਿਆ ਕੀ ਉਹ ਪਦਾਰਥ ਸ਼ੁੱਧ ਸੀ ਜਾਂ ਅਸ਼ੁੱਧ ਸੀ। ਠੀਕ ਹੈ, ਹੁਣ ਜੇ ਅਸੀਂ ਇੱਕ ਕਾਮਨ ਮੈਨ ਦੀ ਐਗਜ਼ਾਮਪਲ ਲਈਏ ਤਾਂ ਜੇ ਅਸੀਂ ਕਾਮਨ ਮੈਨ ਨੂੰ ਕਿਸੇ ਨੂੰ ਪੁੱਛੀਏ ਕਿ ਤੁਹਾਡੇ ਹਿਸਾਬ ਨਾਲ ਸ਼ੁੱਧ ਤੇ ਅਸ਼ੁੱਧ ਪਦਾਰਥ ਕਿਹੜੇ ਹੁੰਦੇ ਨੇ, ਆਪਾਂ ਜੇ ਘਰ ਦੇ ਵਿੱਚ ਵੀ ਇਸ ਬਾਰੇ ਗੱਲ ਕਰਦੇ ਹਾਂ ਤਾਂ ਸਾਰੇ ਸਾਨੂੰ ਇਹੀ ਕਹਿਣਗੇ ਕਿ ਸ਼ੁੱਧ ਪਦਾਰਥ ਉਹ ਹੁੰਦਾ ਜਿਹਦੇ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਅਸ਼ੁੱਧ ਪਦਾਰਥ ਉਹ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ ਮਿਲਾਵਟ ਹੁੰਦੀ ਹੈ। ਠੀਕ ਹੈ, ਇਹ ਆਪਣੇ ਕਾਮਨ ਮੈਨ ਦੀ ਗੱਲ। ਪਰ ਜਿਹੜੇ ਸਾਇੰਟਿਸਟ ਨੇ ਉਹ ਸ਼ੁੱਧ ਪਦਾਰਥ ਨੂੰ ਏਦਾਂ ਨਹੀਂ ਗਿਣਦੇ। ਉਹ ਕਹਿੰਦੇ ਨੇ ਸ਼ੁੱਧ ਪਦਾਰਥ ਉਹ ਨੇ ਜਾਂ ਪਿਓਰ ਸਬਸਟੈਂਸਸ ਉਹ ਨੇ ਜਿਹੜੇ ਸਿਰਫ ਇੱਕ ਹੀ ਐਲੀਮੈਂਟ ਦੇ ਜਾਂ ਇੱਕੋ ਹੀ ਤਰ੍ਹਾਂ ਦੇ ਕਣਾਂ ਦੇ ਬਣੇ ਹੁੰਦੇ ਨੇ, ਉਹਨਾਂ ਨੂੰ ਉਹ ਸ਼ੁੱਧ ਪਦਾਰਥ ਗਿਣਦੇ ਨੇ। ਜਿਵੇਂ ਸ਼ੂਗਰ, ਖੰਡ ਹੈ, ਉਹਨੂੰ ਜੇ ਅਸੀਂ ਮਾਈਕਰੋਸਕੋਪ ਦੇ ਨੀਚੇ ਰੱਖ ਕੇ ਦੇਖੀਏ ਤਾਂ ਉਹਦੇ ਜਿਹੜੇ ਸਾਰੇ ਪਾਰਟੀਕਲਸ ਨੇ, ਸਾਰੇ ਕਣ ਨੇ, ਉਹ ਇੱਕੋ ਜਿਹੇ ਨੇ। ਤਾਂ ਉਸ ਚੀਜ਼ ਨੂੰ ਜਿਹੜੇ ਵਿਗਿਆਨੀ ਨੇ ਉਹ ਕੀ ਗਿਣਦੇ ਨੇ? ਸ਼ੁੱਧ ਪਦਾਰਥ ਗਿਣਦੇ ਨੇ। ਜਿਵੇਂ ਗਰਮ ਮਸਾਲਾ ਆਪਾਂ ਘਰਾਂ ਦੇ ਵਿੱਚ ਯੂਜ਼ ਕਰਦੇ ਹਾਂ, ਉਹਨੂੰ ਵਿਗਿਆਨੀਆਂ ਨੇ ਪਿਓਰ ਸਬਸਟੈਂਸ ਜਾਂ ਸ਼ੁੱਧ ਪਦਾਰਥ ਨਹੀਂ ਕਿਹਾ। ਕਿਉਂ? ਕਿਉਂਕਿ ਉਹ ਇੱਕ ਤਰ੍ਹਾਂ ਦੇ ਕਣਾਂ ਨਾਲ ਮਿਲ ਕੇ ਨਹੀਂ ਬਣਿਆ ਹੋਇਆ, ਉਹ ਵੱਖੋ ਵੱਖਰੇ ਪਦਾਰਥਾਂ ਨਾਲ ਮਿਲ ਕੇ ਬਣਿਆ ਹੋਇਆ। ਤਾਂ ਉੱਥੇ ਸਾਨੂੰ ਉਹ ਕੀ ਕਹਿੰਦੇ ਨੇ ਕਿ ਜਿਹੜਾ ਗਰਮ ਮਸਾਲਾ ਉਹ ਕੀ ਹੈ? ਇੱਕ ਅਸ਼ੁੱਧ ਪਦਾਰਥ ਹੈ। ਤਾਂ ਇਹ ਆਪਣੇ ਕੋਲੇ ਕੀ ਡੈਫੀਨੇਸ਼ਨਸ ਨੇਗੀਆਂ, ਇੱਕ ਕਾਮਨ ਮੈਨ ਦੇ ਅਕੋਰਡਿੰਗ ਤੇ ਇੱਕ ਸਾਇੰਟਿਸਟ ਦੇ ਅਕੋਰਡਿੰਗ। ਠੀਕ ਹੈ, ਤਾਂ ਕਾਮਨ ਮੈਨ ਦੇ ਅਕੋਰਡਿੰਗ ਆਪਾਂ ਨਹੀਂ ਚੱਲ ਸਕਦੇ। ਠੀਕ ਹੈ, ਆਪਾਂ ਨੂੰ ਉਹਨੂੰ ਕਲਾਸੀਫਾਈ ਕਰਨ ਵਾਸਤੇ ਕੀ ਕਰਨਾ ਪਊ? ਸਾਇੰਟਿਫਿਕ ਮੈਥਡ ਲੈਣਾ ਪਊਗਾ। ਇਹਨਾਂ ਦੀ ਡੈਫੀਨੇਸ਼ਨਸ ਨੂੰ ਪੜ੍ਹਨਾ ਪਊਗਾ, ਸਮਝਣਾ ਪਊਗਾ ਕਿ ਕਿਹੜਾ ਆਪਣੇ ਕੋਲੇ ਪਿਓਰ ਸਬਸਟੈਂਸ ਹੈ, ਕਿਹੜਾ ਆਪਣੇ ਕੋਲੇ ਇੰਪਿਓਰ ਸਬਸਟੈਂਸ ਹੈ। ਠੀਕ ਹੈ, ਹੁਣ ਜਿਵੇਂ ਕਿ ਤੁਹਾਨੂੰ ਸਲਾਈਡ ਦੇ ਉੱਤੇ ਦਿਖ ਰਿਹਾ ਹੋਊਗਾ, ਜਿਹੜਾ ਪਿਓਰ ਸਬਸਟੈਂਸ ਹੈ ਯਾਨੀ ਜਿਹੜਾ ਸ਼ੁੱਧ ਪਦਾਰਥ ਹੈ ਉਹ ਦੋ ਤਰ੍ਹਾਂ ਦਾ ਹੁੰਦਾ। ਇੱਕ ਕੀ ਹੁੰਦੇ ਨੇ? ਐਲੀਮੈਂਟਸ, ਇੱਕ ਕੀ ਹੁੰਦੇ ਨੇ? ਕੰਪਾਊਂਡ। ਐਲੀਮੈਂਟਸ ਮੈਨੇ ਜਿਹੜੇ ਆਪਣੇ ਕੋਲੇ ਤੱਤ ਨੇ। ਠੀਕ ਹੈ, ਕੰਪਾਊਂਡਸ ਮੈਨੇ ਯੌਗਿਕ। ਤਾਂ ਜਿਹੜੇ ਸ਼ੁੱਧ ਪਦਾਰਥ ਨੇ ਉਹ ਦੋ ਤਰ੍ਹਾਂ ਨਾਲ ਵੰਡੇ ਗਏ ਨੇਗੇ, ਇੱਕ ਐਲੀਮੈਂਟਸ ਦੇ ਨਾਮ ਤੇ ਜਾਣੇ ਜਾਂਦੇ ਨੇ, ਇੱਕ ਕੰਪਾਊਂਡਸ ਦੇ ਨਾਮ ਤੇ ਜਾਣੇ ਜਾਂਦੇ ਨੇ। ਹੁਣ ਇਹਨਾਂ ਤਿੰਨਾਂ ਬਾਰੇ ਅਸੀਂ ਨੈਕਸਟ ਸਲਾਈਡ ਦੇ ਵਿੱਚ ਪੜਾਂਗੇ। ਸਭ ਤੋਂ ਪਹਿਲਾਂ ਤੁਹਾਡੇ ਕੋਲੇ ਡੈਫੀਨੇਸ਼ਨ ਆਉਂਦੀ ਹੈ ਪਿਓਰ ਸਬਸਟੈਂਸ ਦੀ, ਵੀ ਆਪਣੇ ਕੋਲੇ ਜਿਹੜੇ ਸ਼ੁੱਧ ਪਦਾਰਥ ਨੇ ਉਹ ਹੁੰਦੇ ਕੀ ਨੇਗੇ। ਹੁਣ ਇਹਦੇ ਵਿੱਚ ਆਪਣੇ ਕੋਲੇ ਡੈਫੀਨੇਸ਼ਨ ਦੇ ਅਕੋਰਡਿੰਗ ਜੇ ਦੇਖੀਏ, ਪਿਓਰ ਸਬਸਟੈਂਸ ਇਜ਼ ਡਿਫਾਈਨਡ ਐਜ਼ material which contain only one kind of atoms or molecules, ਜਿਹਦੇ ਵਿੱਚ ਸਿਰਫ ਇੱਕ ਕਿਸਮ ਦੇ ਪਰਮਾਣੂ ਜਾਂ ਅਣੂ ਹੁੰਦੇ ਹਨ, ਉਹਨੂੰ ਅਸੀਂ ਕੀ ਕਹਿੰਦੇ ਆਗੇ? ਸ਼ੁੱਧ ਪਦਾਰਥ ਕਹਿੰਦੇ ਆ, ਪਿਓਰ ਸਬਸਟੈਂਸ ਕਹਿੰਦੇ ਆ। ਠੀਕ ਹੈ, ਇਹ ਡੈਫੀਨੇਸ਼ਨ ਕੀ ਹੈ? ਸਾਇੰਟਿਫਿਕਲੀ ਜਿਹੜੀ ਸਾਇੰਟਿਸਟ ਨੇ ਆਪਾਂ ਨੂੰ ਦਿੱਤੀ ਉਹ ਵਾਲੀ ਡੈਫੀਨੇਸ਼ਨ ਹੈ। ਠੀਕ ਹੈ, ਕਾਮਨ ਮੈਨ ਦੇ ਅਕੋਰਡਿੰਗ ਇਹ ਡੈਫੀਨੇਸ਼ਨ ਨਹੀਂ ਮੈਟਰ ਕਰਦੀ ਉਹਨੂੰ। ਤਾਂ ਸਾਡੇ ਲਈ ਜਿਹੜੀ ਅਸੀਂ ਪੜ੍ਹਨੀ ਹੈ ਉਹ ਕਿਹੜੀ ਹੈਗੀ? ਪਿਓਰ ਸਬਸਟੈਂਸ ਉਹ ਹੁੰਦੇ ਨੇ ਜਿਹੜੇ ਕਿਸੇ ਵੀ ਇੱਕ ਕਿਸਮ ਦੇ ਪਰਮਾਣੂ ਜਾਂ ਅਣੂਆਂ ਤੋਂ ਬਣੇ ਹੁੰਦੇ ਨੇ। ਠੀਕ ਹੈ, ਹੁਣ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੇ ਪਿਓਰ ਸਬਸਟੈਂਸ ਨੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ। ਪਹਿਲਾ ਕੀ ਹੈ ਆਪਣੇ ਕੋਲੇ? ਐਲੀਮੈਂਟਸ, ਤੱਤ ਜਾਨੀ। ਠੀਕ ਹੈ, ਇਹ ਕੀ ਨੇਗੇ? ਜਿਹੜੇ ਸਿਰਫ ਇੱਕ ਤਰ੍ਹਾਂ ਦੇ ਐਟਮਸ ਤੋਂ ਬਣੇ ਹੋਏ ਹੁੰਦੇ ਨੇ, ਇੱਕ ਤਰ੍ਹਾਂ ਦੇ ਪਰਮਾਣੂਆਂ ਤੋਂ ਬਣੇ ਹੋਏ ਹੁੰਦੇ ਨੇ। ਉਧਰ ਅਸੀਂ ਕਿਹਾ ਸੀਗਾ ਸ਼ੁੱਧ ਪਦਾਰਥ ਉਹ ਹੁੰਦੇ ਨੇ ਜਿਹੜੇ ਕਿ ਇੱਕ ਜਾਂ ਇੱਕ ਤੋਂ ਵੱਧ ਤਰ੍ਹਾਂ ਦੇ ਪਦਾਰਥ ਜਾਂ ਅਣੂਆਂ ਤੋਂ ਬਣੇ ਹੁੰਦੇ ਨੇ। ਪਰ ਐਲੀਮੈਂਟਸ ਦੇ ਵਿੱਚ ਅਸੀਂ ਕੀ ਕਹਿੰਦੇ ਆਗੇ? ਆਪਣੇ ਕੋਲੇ ਸਿਰਫ ਇੱਕੋ ਹੀ ਤਰ੍ਹਾਂ ਦੇ ਐਟਮਸ ਚਾਹੀਦੇ ਨੇ ਸਾਨੂੰ। ਜਿਵੇਂ ਸਾਡੇ ਕੋਲੇ ਉਦਾਹਰਨ ਕੀ ਆ ਗਈ? ਹਾਈਡਰੋਜਨ, ਆਕਸੀਜਨ, ਨਾਈਟ੍ਰੋਜਨ ਤੇ ਕਲੋਰੀਨ। ਇਹਦੇ ਵਿੱਚ ਕੀ ਹੈ? ਹਾਈਡਰੋਜਨ ਦਾ ਫਾਰਮੂਲਾ ਸਾਨੂੰ ਸਾਰਿਆਂ ਨੂੰ ਪਤਾ ਹੈ। ਹਾਈਡਰੋਜਨ ਦਾ ਫਾਰਮੂਲਾ ਅਸੀਂ ਕੀ ਲਿਖਦੇ ਹੁੰਦੇ ਆ? H2। ਹੁਣ ਇਹ H2 ਦਾ ਮਤਲਬ ਕੀ ਹੈ? ਇਹ ਹਾਈਡਰੋਜਨ ਦੇ ਦੋ ਪਰਮਾਣੂਆਂ ਤੋਂ ਮਿਲ ਕੇ ਕੀ ਬਣੀ ਹੋਈ ਹੈ? ਇੱਕ ਹਾਈਡਰੋਜਨ ਗੈਸ ਬਣੀ ਹੋਈ ਹੈ। ਤਾਂ ਹਾਈਡਰੋਜਨ ਦੇ ਦੋ ਐਟਮਸ ਨੂੰ ਲੈ ਲਿਆ ਸੀ, ਇੱਕ ਐਟਮ ਆ ਸੀ, ਇੱਕ ਐਟਮ ਆ ਪਿਆ। ਇਹਨਾਂ ਦੋਨਾਂ ਨੂੰ ਜਦੋਂ ਅਸੀਂ ਕੰਬਾਈਨ ਕੀਤਾ ਤਾਂ ਸਾਡੇ ਕੋਲੇ ਕੀ ਬਣ ਗਈ? ਹਾਈਡਰੋਜਨ ਗੈਸ ਬਣ ਗਈ। ਇਸੇ ਤਰੀਕੇ ਨਾਲ ਆਕਸੀਜਨ, ਨਾਈਟ੍ਰੋਜਨ, ਕਲੋਰੀਨ ਇਹ ਇੱਕੋ ਤਰ੍ਹਾਂ ਦੇ ਐਟਮਸ ਨਾਲ ਬਣਿਆ ਹੋਇਆ ਹੈ। ਆਕਸੀਜਨ ਦੇ ਵਿੱਚ ਵੀ ਇੱਕ ਉਹ ਦੂਸਰੇ ਉਹਨੂੰ ਰਿਐਕਟ ਕਰਕੇ ਆਕਸੀਜਨ ਬਣਾਉਣੇ ਆ। ਨਾਈਟ੍ਰੋਜਨ ਦੇ ਵਿੱਚ ਵੀ ਇੱਕ ਇੱਕ ਐਟਮ ਨਾਈਟ੍ਰੋਜਨ ਦਾ ਇਕੱਠਾ ਹੋ ਕੇ ਨਾਈਟ੍ਰੋਜਨ ਗੈਸ ਬਣਾਉਂਦਾ, ਉਦਾਂ ਹੀ ਕਲੋਰੀਨ ਦਾ ਹੁੰਦਾ। ਠੀਕ ਹੈ, ਹੁਣ ਨੈਕਸਟ ਸਾਡੇ ਕੋਲੇ ਆਉਂਦਾ ਹੈਗਾ ਕੰਪਾਊਂਡ, ਯੌਗਿਕ। ਕੰਪਾਊਂਡ ਕੀ ਹੁੰਦੇ ਨੇ? ਇਹ ਇੱਕ ਤੋਂ ਵੱਧ ਮੇਡ ਅਪ ਆਫ
2 or more elements, ਇੱਕ ਤੋਂ ਵੱਧ ਐਲੀਮੈਂਟਸ ਨੂੰ ਜਦੋਂ ਅਸੀਂ ਇਕੱਠੇ ਕਰ ਦਿੰਨੇ ਆ ਤਾਂ ਸਾਡੇ ਕੋਲੇ ਕੀ ਬਣ ਜਾਂਦੇ ਨੇ, ਕੰਪਾਊਂਡ ਬਣ ਜਾਂਦੇ ਨੇ, ਯੌਗਿਕ ਬਣ ਜਾਂਦੇ ਨੇ। ਪਰ ਇੱਥੇ ਸਾਡੀ ਮਰਜ਼ੀ ਨਹੀਂ ਚੱਲਦੀ, ਠੀਕ ਹੈ। ਇੱਥੇ ਜਿਹੜੇ ਆਪਣੇ ਕੋਲੇ ਮਿਕਸਚਰ ਬਣਦਾ ਉਹਨਾਂ ਦਾ, ਮਿਕਸ ਕਰਕੇ ਜਦੋਂ ਅਸੀਂ ਬਣਾਉਣੇ ਉਹਨਾਂ ਨੂੰ, ਤਾਂ ਇੱਕ ਫਿਕਸ ਪ੍ਰਪੋਰਸ਼ਨ ਹੁੰਦਾ ਗਾ ਉਹਨਾਂ ਦਾ। ਆਪਣੀ ਮਰਜ਼ੀ ਨਾਲ ਨਹੀਂ ਹੈਗਾ ਗਾ ਕਿ ਅਸੀਂ ਹਾਈਡਰੋਜਨ ਦੇ 2 ਐਟਮ ਪਾਤੇ ਤੇ ਅਸੀਂ ਆਕਸੀਜਨ ਦੇ ਵੀ 2 ਐਟਮ ਪਾਤੇ ਤਾਂ ਉਹ ਕੁਛ ਨਾ ਕੁਛ ਬਣ ਜੂਗਾ। ਨੋ, ਆਪਣੇ ਕੋਲੇ ਜਿਵੇਂ ਐਗਜ਼ਾਮਪਲ ਦਿੱਤੀ ਹੈ ਵਾਟਰ ਦੀ, ਵਾਟਰ ਦਾ ਕੀ ਹੁੰਦਾ ਫਾਰਮੂਲਾ ਸਾਡੇ ਕੋਲੇ H2O, ਸਾਰਿਆਂ ਨੂੰ ਪਤਾ ਇਸ ਚੀਜ਼ ਦਾ। ਤਾਂ ਇਹਦੇ ਵਿੱਚ ਸਾਡੇ ਕੋਲੇ ਕੀ ਹੈ, ਹਾਈਡਰੋਜਨ ਦੇ 2 ਐਟਮਸ ਨੇ ਤੇ ਆਕਸੀਜਨ ਦਾ 1 ਐਟਮ ਹੈ, ਠੀਕ ਹੈ। ਇਹ ਆਪਣੀ ਮਰਜ਼ੀ ਨਾਲ ਆਪਾਂ ਇੱਥੇ 2 ਆਕਸੀਜਨ ਦੇ ਐਟਮ ਲੈ ਕੇ ਕੁਛ ਨਵਾਂ ਨਹੀਂ ਬਣਾ ਸਕਦੇ। ਜੋ ਫਾਰਮੇਸ਼ਨ ਹੋਈ ਵੀ ਆਲਰੇਡੀ, ਠੀਕ ਹੈ, ਫਿਕਸ ਪ੍ਰਪੋਰਸ਼ਨ ਦੇ ਵਿੱਚ ਜਿਹੜੀ ਬਣੀ ਹੋਈ ਹੈ ਚੀਜ਼, ਉਹਨੂੰ ਉਸੇ ਪ੍ਰਪੋਰਸ਼ਨ ਦੇ ਵਿੱਚ ਸਾਨੂੰ ਮਿਕਸ ਕਰਨਾ ਪਊਗਾ, ਅਦਰਵਾਈਜ਼ ਸਾਡੇ ਕੋਲੇ ਇਹ ਜਿਹੜਾ ਕੰਪਾਊਂਡ ਹੈ ਇਹ ਨਹੀਂ ਬਣੂਗਾ। ਉਦਾਂ ਹੀ ਅਲਕੋਹਲ, ਕਾਰਬਨ ਡਾਈਆਕਸਾਈਡ ਤੇ ਹਾਈਡਰੋਜਨ ਕਲੋਰਾਈਡ, ਇਹ ਸਾਰੀਆਂ ਸਾਡੇ ਕੋਲੇ ਉਦਾਹਰਨਾਂ ਨੇ ਕਿਹਦੀਆਂ, ਕੰਪਾਊਂਡਸ ਦੀਆਂ, ਯੌਗਿਕ ਦੀਆਂ, ਠੀਕ ਹੈ। ਤਾਂ ਇਹ ਚੀਜ਼ਾਂ ਯਾਦ ਰੱਖਣੀਆਂ ਨੇ। ਜਿਹੜੇ ਆਪਣੇ ਕੋਲੇ ਐਲੀਮੈਂਟਸ ਨੇਗੇ ਉਹ ਸਿਰਫ ਇੱਕ ਤਰ੍ਹਾਂ ਦੇ ਐਟਮ ਨਾਲ ਮਿਲ ਕੇ ਬਣੇ ਹੁੰਦੇ ਨੇ। ਜਿਹੜੇ ਆਪਣੇ ਕੋਲੇ ਯੌਗਿਕ ਨੇ, ਕੰਪਾਊਂਡ ਨੇ, ਉਹ ਇੱਕ ਤੋਂ ਵੱਧ, ਠੀਕ ਹੈ, 2 ਜਾਂ 2 ਤੋਂ ਵੱਧ ਐਲੀਮੈਂਟਸ ਨੂੰ ਜਦੋਂ ਅਸੀਂ ਕੈਮੀਕਲੀ ਕੰਬਾਈਨ ਕਰ ਦਿੰਦੇ ਹਾਂ, ਰਸਾਇਣਿਕ ਤੌਰ ਤੇ ਕੰਬਾਈਨ ਕਰ ਦਿੰਦੇ ਹਾਂ, ਤਾਂ ਸਾਡੇ ਕੋਲੇ ਕੀ ਬਣ ਜਾਂਦੇ ਨੇ, ਕੰਪਾਊਂਡਸ ਬਣ ਜਾਂਦੇ ਨੇ, ਠੀਕ ਹੈ। ਹੁਣ ਜਿਹੜਾ ਅਸੀਂ ਪਿੱਛੇ ਐਲੀਮੈਂਟ ਪੜਿਆ ਸੀ, ਉਹ ਐਲੀਮੈਂਟ ਵੀ 2 ਤਰ੍ਹਾਂ ਦੇ ਹੁੰਦੇ ਨੇ, ਠੀਕ ਹੈ। ਇੱਕ ਸਾਡੇ ਕੋਲੇ ਹੁੰਦੇ ਨੇ ਮੈਟਲਸ, ਇੱਕ ਸਾਡੇ ਕੋਲੇ ਹੁੰਦੇ ਨੇ ਨਾਨ ਮੈਟਲਸ। ਮੈਟਲਸ ਯਾਨੀ ਸਾਡੇ ਕੋਲੇ ਜਿੰਨੀਆਂ ਵੀ ਧਾਤਾਂ ਨੇਗੀਆਂ, ਠੀਕ ਹੈ। ਨਾਨ ਮੈਟਲਸ ਯਾਨੀ ਜਿਹੜੀਆਂ ਸਾਡੇ ਕੋਲੇ ਅਧਾਤਾਂ ਨੇ। ਹੁਣ ਮੈਟਲਸ ਤੇ ਨਾਨ ਮੈਟਲਸ ਇਹ ਆਪਾਂ ਥੋੜਾ ਜਿਹਾ ਆਲਰੇਡੀ ਡਿਸਕਸ ਕਰ ਚੁੱਕੇ ਹਾਂ ਲੋਅਰ ਕਲਾਸਿਸ ਦੇ ਵਿੱਚ, ਹਨਾ। ਪਰ ਇੱਥੇ ਸਾਡੇ ਕੋਲੇ ਕੀ ਹੈਗਾ, ਜਦੋਂ ਅਸੀਂ ਮੈਟਲਸ ਦੀ ਗੱਲ ਕਰਦੇ ਹਾਂ ਤਾਂ ਮਤਲਬ ਸਾਨੂੰ ਉਹਦੀ ਪ੍ਰੋਪਰਟੀਜ਼ ਦੇ ਬਾਰੇ ਚ ਪਤਾ ਹੋਣਾ ਚਾਹੀਦਾ ਹੈ। ਨਾਨ ਮੈਟਲਸ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਨਾਨ ਮੈਟਲ ਦੀਆਂ ਪ੍ਰੋਪਰਟੀਜ਼ ਦੇ ਬਾਰੇ ਚ ਪਤਾ ਹੋਣਾ ਚਾਹੀਦਾ ਹੈ। ਤਾਂ ਪਹਿਲਾਂ ਆਪਾਂ ਮੈਟਲ ਦੀਆਂ ਪ੍ਰੋਪਰਟੀਜ਼ ਵੱਲ ਨੂੰ ਚੱਲਦੇ ਹਾਂ ਵੀ ਮੈਟਲ ਦੀਆਂ ਕਿਹੜੀਆਂ-ਕਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਜੋ ਸਾਨੂੰ ਯਾਦ ਹੋਣੀਆਂ ਚਾਹੀਦੀਆਂ ਨੇ, ਜੋ ਸਾਨੂੰ ਹੈਲਪ ਕਰਨਗੀਆਂ ਕਿ ਆਇਡੈਂਟੀਫਾਈ ਕਰਨ ਨੂੰ ਕਿ ਜਿਹੜਾ ਸਾਨੂੰ ਐਲੀਮੈਂਟ ਦਿੱਤਾ ਹੋਇਆ ਹੈ ਕਿ ਇਹ ਮੈਟਲ ਹੈ ਕਿ ਨਾਨ ਮੈਟਲ ਹੈ। ਦੇਖੋ, ਇਹ ਨੇ ਸਾਡੇ ਕੋਲ ਸਭ ਤੋਂ ਪਹਿਲਾਂ ਪ੍ਰੋਪਰਟੀਜ਼ ਆਫ ਮੈਟਲ, ਧਾਤਾਂ ਦੇ ਗੁਣ, ਠੀਕ ਹੈ। ਇਹ ਬਹੁਤ ਸੌਖੇ ਨੇਗੇ, ਠੀਕ ਹੈ, ਤੇ ਈਜ਼ੀ ਲਰਨ ਕਰਨੇ ਬਹੁਤ ਈਜ਼ੀ ਨੇ, ਠੀਕ ਹੈ। ਸਭ ਤੋਂ ਪਹਿਲੀ ਪ੍ਰੋਪਰਟੀ ਕੀ ਹੈ, ਮੈਟਲਸ ਆਰ ਮੈਲੀਏਬਲ, ਠੀਕ ਹੈ। ਕੋਈ ਲੰਬਾ ਚੌੜਾ ਤੁਸੀਂ ਇਹਨੂੰ ਕੋਈ ਐਸੇ ਬਣਾ ਕੇ ਨਹੀਂ ਲਿਖਣਾ ਜਾਂ ਕੋਈ ਪੈਰਾਗ੍ਰਾਫ ਬਣਾ ਕੇ ਨਹੀਂ ਲਿਖਣਾ, ਤੁਸੀਂ ਪੁਆਇੰਟਸ ਦੇ ਵਿੱਚ ਹੀ ਯਾਦ ਕਰੋ, ਪੁਆਇੰਟਸ ਦੇ ਵਿੱਚ ਹੀ ਪੇਪਰ ਦੇ ਵਿੱਚ ਲਿਖ ਸਕਦੇ ਹੋ, ਠੀਕ ਹੈ। ਮੈਟਲਸ ਆਰ ਮੈਲੀਏਬਲ, ਧਾਤਾਂ ਨਿਚੋੜਨਯੋਗ ਹੁੰਦੀਆਂ ਹਨ। ਮੈਲੀਏਬਲ ਮਤਲਬ ਆਪਣੇ ਕੋਲ ਜਿਹੜੀਆਂ ਧਾਤਾਂ ਨੇ ਇਹਨਾਂ ਨੂੰ ਅਸੀਂ ਕੁੱਟ ਕੇ ਇਹਨਾਂ ਦੀਆਂ ਚਾਦਰਾਂ ਬਣਾ ਸਕਦੇ ਹਾਂ, ਠੀਕ ਹੈ। ਜਿਹੜੀ ਅਸੀਂ ਐਲੂਮੀਨੀਅਮ ਫੋਇਲ ਯੂਜ਼ ਕਰਦੇ ਹਾਂ ਰੋਟੀ ਰੈਪ ਕਰਨ ਵਾਸਤੇ, ਉਹ ਕੀ ਹੈ, ਸਾਡੇ ਕੋਲ ਇੱਕ ਧਾਤ ਹੈ, ਉਹਨੂੰ ਅਸੀਂ ਇੰਨਾ ਕੁ ਕੁੱਟਤਾ ਉਹਨੂੰ, ਮਤਲਬ ਇੰਨਾ ਕੁ ਅਸੀਂ ਉਹਨੂੰ ਮਸ਼ੀਨਾਂ ਦੇ ਵਿੱਚ ਦੀ ਲੰਘਾਤਾ ਕਿ ਉਹ ਸਾਡੇ ਕੋਲੇ ਕੀ ਬਣ ਗਈ, ਇੱਕ ਫੋਇਲ ਵਾਂਗੂ ਬਣ ਗਈ, ਜਿਹਨੂੰ ਅਸੀਂ ਇੱਕ ਗੱਤੇ ਦੇ ਡੱਬੇ ਨਾਲ ਹੀ ਕੱਟੀ ਜਾਂਦੇ ਹਾਂ, ਠੀਕ ਹੈ। ਮੈਟਲਸ ਆਰ ਡਕਟਾਈਲ, ਮੈਟਲਸ ਡਕਟਾਈਲ ਹੁੰਦੀਆਂ ਨੇ। ਡਕਟਾਈਲ ਦਾ ਮਤਲਬ ਕੀ ਹੈ ਵੀ ਇਹਨਾਂ ਨੂੰ ਅਸੀਂ ਤਾਰਾਂ ਦੀ ਸ਼ੇਪ ਦੇ ਸਕਦੇ ਹਾਂ, ਠੀਕ ਹੈ। ਇਸ ਹਿਸਾਬ ਨਾਲ ਤੋੜ ਮਰੋੜ ਸਕਦੇ ਹਾਂ ਕਿ ਇਹ ਤਾਰਾਂ ਬਣ ਜਾਂਦੀਆਂ ਨੇ। ਹੁਣ ਪਤਾ ਆਪਾਂ ਨੂੰ ਧਾਤਾਂ ਦੀਆਂ ਤਾਰਾਂ ਹੁੰਦੀਆਂ ਨੇ ਨਾ, ਕਾਪਰ ਦੀ ਤਾਰ ਹੁੰਦੀ ਹੈ, ਐਲੂਮੀਨੀਅਮ ਦੀ ਤਾਰਾਂ ਹੁੰਦੀਆਂ ਨੇ। ਮੈਟਲਸ ਆਰ ਗੁੱਡ ਕੰਡਕਟਰ ਆਫ ਹੀਟ ਐਂਡ ਇਲੈਕਟ੍ਰਿਸਿਟੀ, ਜਿਹੜੇ ਮੈਟਲਸ ਨੇ ਇਹ ਬਿਜਲੀ ਤੇ ਤਾਪ ਦੇ ਕੀ ਹੁੰਦੇ ਨੇ, ਚੰਗੇ ਚਾਲਕ ਹੁੰਦੇ ਨੇ। ਜਦੋਂ ਅਸੀਂ ਜਿਹੜੇ ਆਪਣੇ ਕਿਚਨ ਦੇ ਵਿੱਚ ਅਸੀਂ ਬਰਤਨ ਯੂਜ਼ ਕਰਦੇ ਹਾਂ, ਜਦੋਂ ਉਹਨਾਂ ਨੂੰ ਗੈਸ ਤੇ ਰੱਖਦੇ ਹਾਂ, ਉਹ ਕੀ ਹੋ ਜਾਂਦੇ ਨੇ, ਗਰਮ ਹੋ ਜਾਂਦੇ ਨੇ। ਉਹ ਕਾਹਦੇ ਬਣੇ ਹੁੰਦੇ ਨੇ, ਧਾਤਾਂ ਦੇ ਬਣੇ ਹੁੰਦੇ ਨੇ, ਇਸ ਕਰਕੇ ਉਹ ਕੀ ਸੋਖ ਲੈਂਦੇ ਨੇ, ਤਾਪ ਸੋਖ ਲੈਂਦੇ ਨੇ। ਮੈਟਲਸ ਆਰ ਲਸਟਰਸ, ਲਸਟਰਸ ਮੀਨਸ ਚਮਕਦਾਰ ਹੁੰਦੇ ਨੇ। ਧਾਤਾਂ ਜਿਹੜੀਆਂ ਹੁੰਦੀਆਂ ਨੇ ਚਮਕਦਾਰ ਹੁੰਦੀਆਂ ਨੇਗੀਆਂ, ਠੀਕ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਕੀ ਹੋ ਗਿਆ, ਸੋਨਾ, ਚਾਂਦੀ, ਇਹ ਵੀ ਕੀ ਨੇ, ਸਾਡੇ ਕੋਲੇ ਧਾਤਾਂ ਨੇ ਤੇ ਕੀ ਨੇਗੀਆਂ, ਚਮਕਦਾਰ ਨੇਗੀਆਂ। ਮੈਟਲਸ ਆਰ ਜਨਰਲੀ ਹਾਰਡ, ਕੀ ਹੁੰਦੇ ਨੇ, ਸਖਤ ਹੁੰਦੇ ਨੇ ਆਮ ਤੌਰ ਤੇ। ਕੁਝ ਕੁ ਮੈਟਲਸ ਇਹ ਜਿਹੇ ਨੇ ਜੋ ਆਮ ਤੌਰ ਤੇ ਸਖਤ ਨਹੀਂ ਹੁੰਦੇ, ਪਰ ਆਲਮੋਸਟ ਮੈਟਲਸ ਕੀ ਹੁੰਦੇ ਨੇ, ਹਾਰਡ ਹੁੰਦੇ ਨੇ। ਮੈਟਲਸ ਆਰ ਸੋਲਿਡ ਐਟ ਰੂਮ ਟੈਂਪਰੇਚਰ, ਓਬਵੀਅਸਲੀ ਜੇ ਹਾਰਡ ਨੇ ਤਾਂ ਜਦੋਂ ਜਿਹੜਾ ਆਪਣੇ ਕਮਰੇ ਦਾ ਤਾਪਮਾਨ ਹੈ ਉਹਦੇ ਉੱਤੇ ਕੀ ਰਹਿਣਗੇ, ਉਹ ਠੋਸ ਬਣ ਕੇ ਰਹਿਣਗੇ। ਮੈਟਲਸ ਜਨਰਲੀ ਹੈਵ ਹਾਈ ਮੈਲਟਿੰਗ ਐਂਡ ਬੋਇਲਿੰਗ ਪੁਆਇੰਟ, ਹੁਣ ਠੋਸ ਨੇਗੇ ਤਾਂ ਓਬਵੀਅਸਲੀ ਸਾਨੂੰ ਪਤਾ ਗਾ ਉਹਨਾਂ ਦਾ ਜਿਹੜਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਆ ਉਹ ਕੀ ਹੋਊਗਾ, ਬਹੁਤ ਜ਼ਿਆਦਾ ਹੋਊਗਾ। ਨਾ ਤਾਂ ਉਹ ਥੋੜੇ ਜਿਹੇ ਟੈਂਪਰੇਚਰ ਤੇ ਪਿਘਲ ਸਕਦੇ ਨੇ, ਨਾ ਹੀ ਉਹ ਥੋੜੇ ਟੈਂਪਰੇਚਰ ਤੇ ਉਬਲ ਸਕਦੇ ਨੇ, ਠੀਕ ਹੈ। ਮੈਟਲਸ ਆਰ ਸੋਨਰਸ, ਮੀਨਸ ਮੈਟਲਸ ਕੀ ਕਰਦੇ ਨੇ, ਆਵਾਜ਼ ਪ੍ਰੋਡਿਊਸ ਕਰਦੇ ਨੇ। ਜਦੋਂ ਅਸੀਂ ਕੋਈ ਵੀ ਭਾਂਡਾ ਸਿੱਟਦੇ ਹਾਂ ਜਾਂ ਤੁਹਾਡੇ ਘਰਾਂ 'ਚ ਥਾਲ ਹੁੰਦੇ ਨੇ, ਹਨਾ, ਥਾਲਾਂ ਦੇ ਉੱਤੇ ਜਦੋਂ ਅਸੀਂ ਕੌਲੀਆਂ ਧਰਦੇ ਹਾਂ ਜਾਂ ਚਮਚੇ ਵਿੱਚ ਧਰਦੇ ਹਾਂ ਤਾਂ ਉਹਨਾਂ ਦੀ ਕੀ ਹੁੰਦੀ ਹੈ, ਆਵਾਜ਼ ਹੁੰਦੀ ਹੈ। ਤਾਂ ਉੱਥੋਂ ਸਾਨੂੰ ਕੀ ਪਤਾ ਲੱਗਦਾ ਇਹ ਕਾਹਦਾ ਬਣਿਆ ਹੋਇਆ, ਧਾਤ ਦਾ ਬਣਿਆ ਹੋਇਆ। ਤਾਂ ਧਾਤਾਂ ਜਿਹੜੀਆਂ ਨੇ ਆਵਾਜ਼ ਪੈਦਾ ਕਰਦੀਆਂ ਨੇ, ਠੀਕ ਹੈ। ਇਹ ਤਾਂ ਸੀ ਸਾਡੇ ਕੋਲੇ ਧਾਤਾਂ ਦੇ ਗੁਣ। ਜੇ ਇਹ ਗੁਣ ਆਪਣੇ ਕੋਲੇ ਫੋਲੋ ਹੁੰਦੇ ਨੇ ਤਾਂ ਉਹ ਜਿਹੜਾ ਐਲੀਮੈਂਟ ਤੁਹਾਨੂੰ ਦਿੱਤਾ ਹੋਇਆ ਉਹ ਕੀ ਹੈ, ਇੱਕ ਮੈਟਲ ਹੈ। ਨੈਕਸਟ ਸਾਡੇ ਕੋਲੇ ਆ ਗਿਆ ਪ੍ਰੋਪਰਟੀਜ਼ ਆਫ ਨਾਨ ਮੈਟਲ, ਅਧਾਤਾਂ ਦੇ ਗੁਣ।
ठीक है। अधाਤਾं दे गुण की हुंदे ने, सब तो पहला जिहड़ियां आपां मैटल्स दीयां प्रॉपर्टीज कीतियां सीगीआं ओहदे बिल्कुल ओपोजिट होणगे, सीधी जी गल है। ठीक है, जो मैलीएबल सी तां इह नॉट मैलीएबल होणगे, इन्हां नूं चादरां नहीं बना सकदे सी कुੱਟ के। ठीक है, जो डक्टाइल सी ते नॉट डक्टाइल होणगीआं, इन्हां नूं असीं तारां नहीं बना सकदे। जो गुड कंडक्टर सी हीट ते इलैक्ट्रिसिटी दी तां इह साडे कोले की नेगी बैड कंडक्टर्स ने, नॉट गुड कंडक्टर्स। ठीक है, इह साडे कोले ताप अते बिजली दीयां कुचालक हुंदियां ने। ਉਹ ਸਾਡੇ ਕੋਲੇ ਕੀ ਸੀ, ਚਮਕਦਾਰ ਸੀ, ਇਹ ਸਾਡੇ ਕੋਲੇ ਚਮਕੀਲੀਆਂ ਨਹੀਂ ਹੁੰਦੀਆਂ, ਇਹ ਡਲ ਹੁੰਦੀਆਂ ਨੇ। ਉਹ ਸਾਡੇ ਕੋਲੇ ਕੀ ਸੀ, ਸਟਰੋਂਗ ਸੀਗੀਆਂ, ਬਹੁਤ ਜ਼ਿਆਦਾ ਜਨਰਲੀ ਹਾਰਡ ਸੀਗੀਆਂ, ਹਨਾ ਆਪਾਂ ਕਿਹਾ ਸੀਗਾ। ਇਹ ਸਾਡੇ ਕੋਲੇ ਸਟਰੋਂਗ ਜਾਂ ਸਖਤ ਨਹੀਂ ਹੁੰਦੀਆਂ। ਠੀਕ ਹੈ, ਉਹਨਾਂ ਦਾ ਜਿਹੜਾ ਆਪਣੇ ਕੋਲੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਸੀ ਉਹ ਕੀ ਸੀ, ਜ਼ਿਆਦਾ ਸੀ। ਪਰ ਜਿਹੜੀਆਂ ਆਪਣੇ ਕੋਲੇ ਨॉन ਮੈਟਲਸ ਨੇ, ਇਹਨਾਂ ਦਾ ਆਪਣੇ ਕੋਲੇ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੁੰਦਾ, ਬਹੁਤ ਲੋ ਹੁੰਦਾ ਕੰਪੈਰੀਟਿਵਲੀ ਟੂ ਮੈਟਲਸ। नॉन मैटल्स आर सोनोरस, ना ही नॉन मैटल्स अपने कोले आवाज पैदा करदियां ने। मैटल्स आपां कैसी आवाज पैदा करदियां ने, नॉन मैटल साडे कोले आवाज पैदा नहीं करदियां। फॉर एग्जांपल जिवें असीं कह सकदे हां कोला हुंदा इक, है ना, जिहड़ा अपने कोले कोला गा ਉਹ अपने कोले ਜਦੋਂ ਆਪਾਂ ਨੂੰ ਸਿੱਟ ਦੇਾਂਗੇ ਕੋਈ ਆਵਾਜ਼ ਨਹੀਂ ਪੈਦਾ ਕਰਦਾ, ਤਾਂ ਉਹ ਸਾਡੇ ਕੋਲੇ ਕੀ ਹੈ, ਇੱਕ ਨॉन ਮੈਟਲ ਹੈਗਾ। ਹੋਰ ਵੀ ਆਪਣੇ ਕੋਲੇ ਨॉन ਮੈਟਲ ਦੀਆਂ ਐਗਜ਼ਾਮਪਲਸ ਹੈਗੀਆਂ ਨੇ। ਠੀਕ ਹੈ, ਜਿਵੇਂ ਆਇਓਡੀਨ ਹੋ ਗਿਆ ਸਾਡੇ ਕੋਲੇ, ਤੇ ਆਪਣੇ ਕੋਲੇ ਸਲਫਰ ਹੋ ਗਿਆ, ਫਾਸਫੋਰਸ ਹੋ ਗਿਆ, ਇਹ ਸਾਰੇ ਕੀ ਨੇ ਸਾਡੇ ਕੋਲੇ, ਅਧਾਤਾਂ ਨੇ। ਠੀਕ ਹੈ, ਤਾਂ ਇੱਥੇ ਸਾਡੇ ਕੋਲੇ ਜਿਹੜੇ ਪਿਓਰ ਸਬਸਟੈਂਸਿਸ ਨੇ ਉਹ ਖਤਮ ਹੋ ਜਾਂਦੇ ਨੇ। ਆਪਾਂ ਪੜਿਆ ਸੀ ਪਿਓਰ ਸਬਸਟੈਂਸਿਸ ਦੋ ਤਰ੍ਹਾਂ ਦੇ ਹੁੰਦੇ ਨੇ, ਐਲੀਮੈਂਟਸ ਤੇ ਕੰਪਾਊਂਡਸ। ਫਿਰ ਉਹਦਾ ਐਲੀਮੈਂਟਸ ਤੇ ਕੰਪਾਊਂਡ ਦੀ ਡੈਫੀਨੇਸ਼ਨ ਕੀਤੀ ਅਸੀਂ, ਤੇ ਉਸ ਤੋਂ ਬਾਅਦ ਅਸੀਂ ਐਲੀਮੈਂਟਸ ਦੱਸੇ ਉਹ ਦੋ ਤਰ੍ਹਾਂ ਦੇ ਹੁੰਦੇ ਨੇ, ਮੈਟਲਸ ਤੇ ਨॉन ਮੈਟਲਸ। ਹੁਣ ਅਸੀਂ ਨੈਕਸਟ ਚੱਲਦੇ ਹਾਂ ਅਸ਼ੁੱਧ ਪਦਾਰਥਾਂ ਦੇ ਕਣੀ, ਜਿਨ੍ਹਾਂ ਨੂੰ ਅਸੀਂ ਕੀ ਬੋਲਦੇ ਹਾਂ, ਇੰਪਿਓਰ ਸਬਸਟੈਂਸਿਸ। ਹੁਣ ਸਾਨੂੰ ਪਤਾ ਅਸ਼ੁੱਧ ਪਦਾਰਥ ਨੇ, ਤਾਂ ਇਟ ਮੀਨਸ ਉਹ ਕਿਸੇ ਚੀਜ਼ ਦਾ ਮਿਸ਼ਰਣ ਹੋਊਗਾ। ਮਿਸ਼ਰਣ ਯਾਨੀ ਕੀ ਹੋਊਗਾ, ਉਹ ਮਿਕਸਚਰ ਹੋਊਗਾ। ਠੀਕ ਹੈ, ਹੁਣ ਮਿਕਸਚਰ ਦੀ ਪ੍ਰੋਪਰਟੀ ਕੀ ਹੈ ਜਾਂ ਡੈਫੀਨੇਸ਼ਨ ਕੀ ਹੈ ਸਾਡੇ ਕੋਲੇ, ਅ ਮਿਕਸਚਰ ਇਜ਼ ਅ ਮਟੀਰੀਅਲ ਜਿਹਦੇ which contains two or more different kind of particles, atoms or molecules which do not react chemically but are physically mixed together in any proportion। impure substance ਕੀ ਹੈਗਾ, ਜਿਹੜੇ ਦੋ ਆਪਣੇ ਕੋਲੇ ਪਾਰਟੀਕਲਸ ਨੇ। ठीक है, कोई भी दो या दो तो वध पार्टिकल्स ਨੂੰ ਜਦੋਂ ਅਸੀਂ ਇਕੱਠੇ ਮਿਕਸ ਕਰ ਦਿੰਨੇ ਆ, ਉਹ ਸਾਡੇ ਕੋਲੇ ਕੀ ਬਣ ਜਾਂਦਾ, ਇੱਕ ਮਿਕਸਚਰ ਬਣ ਜਾਂਦਾ ਹੈ। ਇਹ ਕੈਮੀਕਲੀ ਰਿਐਕਟ ਨਹੀਂ ਕਰਦੇ, ਜਿਵੇਂ ਅਸੀਂ ਪਿੱਛੇ ਕਿਹਾ ਸੀ ਹਾਈਡਰੋਜਨ H2O ਵਾਟਰ ਹੈ ਸੌਰੀ, ਤਾਂ ਵਾਟਰ ਸਾਡੇ ਕੋਲੇ ਕੀ ਸੀ, ਕੈਮੀਕਲੀ ਰਿਐਕਟ ਕਰਦਾ ਸੀ। ਦੋ ਹਾਈਡਰੋਜਨ ਦੇ ਮੋਲੀਕਿਊਲ ਹੋਣੇ ਚਾਹੀਦੇ, ਇੱਕ ਸਾਡੇ ਕੋਲੇ ਆਕਸੀਜਨ ਦਾ ਮੋਲੀਕਿਊਲ ਹੋਣਾ ਚਾਹੀਦਾ। ਇੱਥੇ ਉਦਾਂ ਦੀ ਕੋਈ ਚੀਜ਼ ਨਹੀਂ ਹੈਗੀ, ਆਪਣੇ ਕੋਲੇ ਕੈਮੀਕਲ ਰਿਐਕਸ਼ਨ ਕੋਈ ਅਕਰ ਨਹੀਂ ਕਰਦੀ, ਇੱਥੇ ਸਿਰਫ ਫਿਜ਼ੀਕਲੀ ਮਿਕਸ ਕਰਦੇ ਹਾਂ ਅਸੀਂ ਉਹਨਾਂ ਨੂੰ। ਜਿਵੇਂ ਸਾਡੇ ਕੋਲੇ ਕੀ ਹੋ ਗਿਆ, ਸੌਲਟ ਦੇ ਵਿੱਚ ਪਾਣੀ ਦੇ ਵਿੱਚ ਅਸੀਂ ਸੌਲਟ ਪਾਤਾ। ਠੀਕ ਹੈ, ਨਮਕ ਘੋਲਤਾ ਪਾਣੀ ਦੇ ਵਿੱਚ, ਉਹ ਕੀ ਹੋ ਗਿਆ, ਇੱਕ ਆਪਣੇ ਕੋਲੇ ਮਿਕਸਚਰ ਬਣ ਗਿਆ। ਪਾਣੀ ਵੀ ਇੱਕ ਪਿਓਰ ਸਬਸਟੈਂਸ ਹੈ ਤੇ ਨਮਕ ਵੀ ਇੱਕ ਪਿਓਰ ਸਬਸਟੈਂਸ ਹੈ, ਉਹਨਾਂ ਦੋਨਾਂ ਨੂੰ ਅਸੀਂ ਕੀ ਕਰਕੇ ਮਿਕਸ ਕਰਕੇ ਕੀ ਬਣਾਤਾ, ਇੱਕ ਮਿਕਸਚਰ ਬਣਾਤਾ। ਠੀਕ ਹੈ, ਤਾਂ ਇੱਥੇ ਅਸੀਂ ਇਹ ਚੀਜ਼ ਯਾਦ ਰੱਖਣੀ ਹੈ ਕਿ ਇਹਨਾਂ ਨੂੰ ਅਸੀਂ ਰਸਾਇਣਿਕ ਤੌਰ ਤੇ ਨਹੀਂ ਮਿਕਸ ਕਰਦੇ, ਅਸੀਂ ਸਿਰਫ ਔਰ ਸਿਰਫ ਕੀ ਕਰਦੇ ਹਾਂ, ਇਹਨਾਂ ਨੂੰ ਭੌਤਿਕ ਤੌਰ ਤੇ ਮਿਕਸ ਕਰਦੇ ਹਾਂ। ਠੀਕ ਹੈ, ਜਿਵੇਂ ਅਸੀਂ ਕਿਸੇ ਵੀ ਰੇਤ ਦੇ ਵਿੱਚ ਆਪਾਂ ਕੀ ਮਿਲਾਤੇ, ਮੈਗਨੈਟਿਕ ਸੈਂਡ ਮਿਲਾਤੀ। ਠੀਕ ਹੈ, ਤਾਂ ਉਹ ਕੀ ਕਰਾਂਗੇ ਆਪਾਂ, ਇੱਕ ਮਿਕਸਚਰ ਬਣ ਜਾਊਗਾ ਜਿਹਦੇ ਵਿੱਚ ਅਸੀਂ ਇੱਕ ਸੈਂਡ ਦੇ ਵਿੱਚ ਕੁਝ ਕੁ ਲੋਹੇ ਦਾ ਉਹ ਪਾਤਾ, ਲੋਹੇ ਦੀਆਂ ਚੂਰਾ ਪਾਤਾ ਲੋਹੇ ਦਾ। ਠੀਕ ਹੈ, ਤਾਂ ਉਹ ਵੀ ਕੀ ਬਣ ਗਿਆ, ਸਾਡੇ ਕੋਲੇ ਇੱਕ ਮਿਸ਼ਰਣ ਬਣ ਗਿਆ। ਠੀਕ ਹੈ, ਹੁਣ ਨੈਕਸਟ ਆਪਣੇ ਕੋਲੇ ਕੀ ਹੈਗਾ, ਜਿਹੜੇ ਮਿਸ਼ਰਣ ਨੇ, ਠੀਕ ਹੈ, ਮਿਕਸਚਰ ਨੇ, ਇਹ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਹੁੰਦੇ ਨੇ ਸਾਡੇ ਕੋਲੇ ਹੋਮੋਜੀਨੀਅਸ ਮਿਕਸਚਰ, ਇੱਕ ਹੁੰਦੇ ਨੇ ਸਾਡੇ ਕੋਲੇ ਹੈਟਰੋਜੀਨੀਅਸ ਮਿਕਸਚਰ। होमोजीनियस मिक्सचर यानी समअंगी मिश्रण, हेटरोजीनियस मिक्सचर यानी विखमअंगी मिश्रण। ठीक है, ਹੁਣ ਸਭ ਤੋਂ ਪਹਿਲਾਂ ਇਹਨਾਂ ਦੀ ਡੈਫੀਨੇਸ਼ਨਸ ਕਰਾਂਗੇ, ਹੋਮੋਜੀਨੀਅਸ ਤੇ ਹੈਟਰੋਜੀਨੀਅਸ ਦੀਆਂ। ਇਹ ਆਪਾਂ ਆਪਦੀ ਡੇਲੀ ਲਾਈਫ ਦੇ ਵਿੱਚ ਦੇਖਦੇ ਹਾਂ ਐਗਜ਼ਾਮਪਲਸ ਇਹਨਾਂ ਦੀਆਂ, ਪਰ ਸਾਨੂੰ ਪਤਾ ਨਹੀਂ ਹੁੰਦਾ ਕਿ ਇਹਨਾਂ ਨੂੰ ਸਾਇੰਟੀਫਿਕਲੀ ਅਸੀਂ ਜਾਂ ਸਾਇੰਸ ਦੇ ਵਿੱਚ ਅਸੀਂ ਇਹਨਾਂ ਨੂੰ ਸਮਅੰਗੀ ਕਹਿੰਦੇ ਆ ਜਾਂ ਇਹਨਾਂ ਨੂੰ ਵਿਖਮਅੰਗੀ ਕਹਿੰਦੇ ਆ। ਸਭ ਤੋਂ ਪਹਿਲਾਂ ਸਾਡੇ ਕੋਲੇ ਕਾਹਦੀ ਡੈਫੀਨੇਸ਼ਨ ਆਉਂਦੀ ਹੈ, ਹੋਮੋਜੀਨੀਅਸ ਮਿਕਸਚਰ ਦੀ ਡੈਫੀਨੇਸ਼ਨ ਆਉਂਦੀ ਹੈ, ਸਮਅੰਗੀ ਮਿਸ਼ਰਣ। ਸਮਅੰਗੀ ਮਿਸ਼ਰਣ ਕਿਹੜੇ ਹੁੰਦੇ ਨੇਗੇ, ਜੋ ਮਿਸ਼ਰਣ ਸਾਰੇ ਹਿੱਸੇ, ਜਿਸ ਮਿਸ਼ਰਣ ਦੇ ਵਿੱਚ ਸਾਰੇ ਹਿੱਸੇ ਇੱਕ ਸਮਾਨ ਰੂਪ ਵਿੱਚ ਮਿਲਾਏ ਜਾਣ ਅਤੇ ਉਹਨਾਂ ਵਿਚਕਾਰ ਵੱਖ ਹੋਣ ਦੀ ਕੋਈ ਸੀਮਾ ਨਾ ਹੋਵੇ। ਮਤਲਬ ਅਸੀਂ ਕੋਈ ਦੋ ਚੀਜ਼ਾਂ ਇਹ ਜਿਹੀਆਂ ਲਈਆਂ ਜਿਨ੍ਹਾਂ ਨੂੰ ਅਸੀਂ ਮਿਕਸ ਕਰ ਲਿਆ। ਠੀਕ ਹੈ, ਤੇ ਉਹਨਾਂ ਦੇ ਵਿੱਚ ਸਾਨੂੰ ਕੋਈ ਵੀ ਬਾਉਂਡਰੀਜ਼ ਜਾਂ ਕੋਈ ਵੀ ਸਾਡੇ ਕੋਲੇ ਸੈਪਰੇਸ਼ਨ ਦਾ ਨਾ ਦਿਖੇ, ਉਹ ਯੂਨੀਫਾਰਮਲੀ ਮਿਕਸ ਹੋ ਜਾਣ ਇੱਕ ਦੂਜੇ ਦੇ ਵਿੱਚ। ਮੈਂ ਤੁਹਾਨੂੰ ਐਗਜ਼ਾਮਪਲ ਦੇ ਨਾਲ ਸਮਝਾਉਂਦੀ ਹਾਂ, ਥੋੜਾ ਸੌਖਾ ਸਮਝ ਲੱਗ ਜੂਗਾ। ਜਿਵੇਂ ਆਪਾਂ ਪਾਣੀ ਦੇ ਵਿੱਚ ਸ਼ੂਗਰ ਨੂੰ ਘੋਲਿਆ,
है ना। तो पानी दे विच जदों असीं खंड नूं घोल दिंदे हां तां असीं अलग-अलग नहीं आइडेंटिफाई कर सकदे कि हाँ ये शुगर दे कण तुरे फिरदे इहदे विच जां पानी दा कण है, नहीं आइडेंटिफाई कर सकदे। वो की हो जांदे ने आपस दे विच यूनीफॉर्मली मिक्स हो जांदे ने, ठीक है। तां इन्हां नूं असीं किहड़े मिश्रण बोलदे हां? होमोजीनियस मिक्सचर्स बोलदे हां, समअंगी मिश्रण। मैं कुछ कुछ उदाहरणां दित्तियां होईयां ने तां इह मैं दसदी हां तुहानूं। शुगर ते पानी दा सॉल्यूशन, ये मैं तुहानूं पहले दस के हटी हुणी। ये की है साडे कोल एक समअंगी मिश्रण है। एयर की है होमोजीनियस मिक्सचर ऑफ नंबर ऑफ गैसेस। एयर ਦੇ ਵਿੱਚ ਕੀ ਨੇਗੀਆਂ ਬਹੁਤ ਸਾਰੀਆਂ ਗੈसेस ਮਿਕਸ ਨੇਗੀਆਂ, ਪਰ ਅਸੀਂ ਕਦੇ ਵੀ ਹਵਾ ਦੇ ਵਿੱਚੋਂ ਅਲੱਗ-ਅਲੱਗ ਗੈਸਾਂ ਨੂੰ ਤਾਂ ਨਹੀਂ ਪਛਾਣ ਸਕਦੇ ਵੀ ਆ ਆਕਸੀਜਨ ਗੈਸ ਤੁਰੀ ਫਿਰਦੀ ਆ, ਹਾਈਡਰੋਜਨ ਗੈਸ ਤੁਰੀ ਫਿਰਦੀ ਆ, ਨਹੀਂ ਪਛਾਣ ਸਕਦੇ। ਤਾਂ ਇਸ ਕਰਕੇ 에ਅਰ ਨੂੰ ਵੀ ਅਸੀਂ ਕੀ ਕਹਿੰਦੇ, ਇੱਕ ਹੋਮੋਜੀਨੀਅਸ ਮਿਕਸਚਰ ਕਹਿੰਦੇ ਆ। ਅਲੋਆਈ ਹੁੰਦੇ ਨੇਗੇ ਜਿਹੜੇ ਇੱਕ ਜਾਂ ਇੱਕ ਤੋਂ ਵੱਧ ਧਾਤਾਂ ਨੂੰ ਮਿਲ ਕੇ ਬਣਾਏ ਗਏ ਹੁੰਦੇ ਨੇ, ਠੀਕ ਹੈ। ਜਿਵੇਂ ਬਰਾਸ ਹੈ, एक आधा जिंक ते कॉपर का एलॉय हुंदा गा, ये भी की ने साडे कोले होमोजीनियस मिक्सचर ने। मतलब उन्हां नूं मैल्ट करके मिक्स कर दिता जांदा एक दूजे दे विच, तां असीं आइडेंटिफाई नहीं कर सकदे भी किहड़ा जिंक है किहड़ा कॉपर है। वो दोने की हो जांदे ने एक दूजे दे विच प्रॉपरली मिक्स हो जांदे ने ते एक नवां धात बना लैंदे ने जिन्हां नूं असीं की बोलदे आ, एलॉयज बोलदे आ। इह सी अपने कोले होमोजीनियस मिक्सचर। नैक्सट अपने कोले की है हेट्रोजीनियस मिक्सचर यानी विखमंगी मिश्रण। हेट्रोजीनियस मिक्सचर की हुंदे ने, ਉਹਦੇ ਵਿੱਚ ਅਸੀਂ ਕਿਹਾ ਸੀ ਹੋਮੋਜੀਨੀਅਸ ਦੇ ਵਿੱਚ ਯੂਨੀਫਾਰਮਲੀ ਮਿਕਸ ਹੋ ਜਾਂਦੇ ਨੇ। ਹੁਣ ਆਪਾਂ ਨੂੰ ਆਬਵੀਅਸਲੀ ਪਤਾ ਇਹਦੇ ਵਿੱਚ ਕੀ ਹੋਊਗਾ, ਯੂਨੀਫਾਰਮਲੀ ਮਿਕਸ ਨਹੀਂ ਹੋਣਗੇ। ਅਸੀਂ ਜਿਹੜੇ ਕਣ ਨੇ ਉਹਨਾਂ ਨੂੰ ਈਜ਼ੀਲੀ ਇੱਕ ਦੂਜੇ ਤੋਂ ਅਲੱਗ ਕਰ ਸਕਦੇ ਹਾਂ, ਈਜ਼ੀਲੀ ਦੇਖ ਸਕਦੇ ਹਾਂ, ਠੀਕ ਹੈ। ਕੰਪੋਨੈਂਟਸ ਆਫ ਮਿਕਸਚਰ ਆਰ ਨਾਟ ਥੋਰੋਲੀ ਮਿਕਸਡ। ਇਹ ਉਸ ਤਰ੍ਹਾਂ ਦੇ ਮਿਕਸਚਰ ਨੇ ਜਿਨ੍ਹਾਂ ਦੇ ਵਿੱਚ ਜਿਹੜੇ ਕੰਪੋਨੈਂਟਸ ਨੇ ਉਹ ਥੋਰੋਲੀ ਮਿਕਸ ਨਹੀਂ ਹੁੰਦੇ ਤੇ ਉਹਨਾਂ ਦੇ ਵਿੱਚ ਕੀ ਹੁੰਦੀਆਂ ਨੇ, ਵਿਜ਼ੀਬਲ ਬਾਉਂਡਰੀਜ਼ ਹੁੰਦੀਆਂ ਨੇ, ਆਪਾਂ ਉਹਨਾਂ ਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂਗੇ, ठीक है। जिवें ये भी एक एग्जाम्पल देके समझाउणी अपने कोले की है, शुगर अते सैंड दा मिक्सचर है। जे असीं सैंड दे विच शुगर पा दईए, ठीक है, असीं उहनूं आइडेंटिफाई तां कर सकदे हां कि आह शुगर दा पार्टिकल है, आह शुगर दा एक दाणा गा ते आह अपने कोले की है सैंड हैगी। उवें ही जिहड़ा गन पाउडर हुंदा है, ठीक है, वो की अपने कोले वो भी हेट्रोजीनियस मिक्सचर हुंदा, उहदे विच तीन तरह दे ठोस मिले हुए हुंदे ने, जिवें सल्फर, चारकोल अते पोटाशियम नाइट्रेट। तीन तरह दे सॉलिड्स मिल के की बनाउंदे आ, गन पाउडर बनाउंदे आ। ਜਾਂ ਆਪਣੇ ਕੋਲੇ ਕੀ ਹੈ, ਕੋਈ ਵੀ ਦੋ ਇਮਿਸਿਬਲ ਲਿਕੁਇਡਸ ਲੈ ਲਈਏ ਅਸੀਂ ਜਿਹੜੇ ਇੱਕ ਦੂਜੇ ਦੇ ਵਿੱਚ ਨਾ ਘੁਲਣਸ਼ੀਲ ਹੋਣ, ਉਹ ਵੀ ਕੀ ਹੁੰਦੇ ਨੇ ਆਪਣੇ ਕੋਲੇ ਹੈਟਰੋਜੀਨੀਅਸ ਮਿਕਸਚਰ ਹੁੰਦੇ ਨੇ। ਜਿਵੇਂ ਤੁਸੀਂ ਦੇਖਿਆ ਉਹ ਘਰਾਂ ਦੇ ਵਿੱਚ ਵੀ ਆਪਾਂ ਦੇਖਦੇ ਹਾਂ ਤੇਲ ਦੇ ਵਿੱਚ ਜੇ ਆਪਾਂ ਪਾਣੀ ਪਾ ਲਈਏ, ਠੀਕ ਹੈ, ਤਾਂ ਉਹ ਆਪਣੇ ਕੋਲੇ ਵੱਖੋ ਵੱਖ ਹੋ ਜਾਂਦੇ ਨੇਗੇ, ਇੱਕ ਪਾਸੇ ਤੇਲ ਰਹਿ ਜਾਂਦਾ, ਇੱਕ ਪਾਸੇ ਪਾਣੀ ਰਹਿ ਜਾਂਦਾ, ਤਾਂ ਉਹਨਾਂ ਨੂੰ ਆਪਾਂ ਈਜ਼ੀਲੀ ਅਲੱਗ ਕਰ ਸਕਦੇ ਹੈਗੇ, ਠੀਕ ਹੈ। ਇਹ ਸਾਰੇ ਕੀ ਨੇ ਸਾਡੇ ਕੋਲੇ ਹੈਟਰੋਜੀਨੀਅਸ ਮਿਕਸਚਰਸ ਨੇਗੇ। ਹੁਣ ਇਸ ਤੋਂ ਬਾਅਦ ਤੁਹਾਡੇ ਕੋਲੇ ਕੀ ਹੈਗਾ, ਹੋਮੋਜੀਨੀਅਸ ਤੇ ਹੈਟਰੋਜੀਨੀਅਸ ਮਿਕਸਚਰ ਨੂੰ ਮੈਂ ਡਿਫਰੈਂਸ਼ੀਏਟ ਕਰਨ ਵਾਸਤੇ ਇੱਕ ਟੇਬਲ ਬਣਾਇਆ ਹੈਗਾ। ਹੋਮੋਜੀਨੀਅਸ ਤੇ ਹੈਟਰੋਜੀਨੀਅਸ ਮਿਕਸਚਰ ਦੇ ਡਿਫਰੈਂਸ ਆਉਂਦਾ ਤੁਹਾਡੇ ਕੋਲੇ 1 ਨੰਬਰ 'ਚ ਜਾਂ 2 ਨੰਬਰ, ਤੁਸੀਂ ਆ ਟੇਬਲ ਉੱਤੇ ਡਰਾ ਕਰ ਸਕਦੇ ਹੋਗੇ, ਠੀਕ ਹੈ। ਇਹਦੇ ਵਿੱਚ ਸਿੰਗਲ ਫੇਜ਼ ਹੁੰਦਾ, ਇਹਦੇ ਵਿੱਚ 2 ਜਾਂ 2 ਤੋਂ ਵੱਧ ਫੇਜ਼ ਹੁੰਦੇ ਨੇ। ਇਹਨਾਂ ਦੇ ਵਿੱਚ ਯੂਨੀਫਾਰਮ ਕੰਪੋਜੀਸ਼ਨ ਹੁੰਦੀ ਹੈ, ਇਹਦੇ ਵਿੱਚ ਯੂਨੀਫਾਰਮ ਕੰਪੋਜੀਸ਼ਨ ਨਹੀਂ ਹੁੰਦੀ। ਜੇ ਇਹ ਨਹੀਂ ਪਤਾ ਲੱਗਦਾ ਤਾਂ ਜਿਹੜੀਆਂ ਡੈਫੀਨੇਸ਼ਨਸ ਦਿੱਤੀਆਂ ਨੇਗੀਆਂ ਉਹਨਾਂ ਡੈਫੀਨੇਸ਼ਨਸ ਨੂੰ ਤੁਸੀਂ ਯੂਜ਼ ਕਰਕੇ ਨਾਲ ਉਦਾਹਰਨ ਦੇ ਦੋਗੇ ਤਾਂ ਵੀ ਤੁਹਾਡਾ ਜਿਹੜਾ ਡਿਫਰੈਂਸ ਹੈ ਉਹ ਸਹੀ ਹੋਊਗਾ। ਜਿਵੇਂ ਇਹਦੇ ਵਿੱਚ ਸ਼ੂਗਰ ਡਿਜ਼ੋਲਵਡ ਇਨ ਵਾਟਰ ਦਿੱਤਾ ਹੋਇਆ ਹੈ, ਜਾਂ ਆਪਣੇ ਕੋਲੇ ਕੀ ਦਿੱਤਾ ਹੋਇਆ, ਸੈਂਡ ਤੇ ਕਾਮਨ ਸਾਲਟ ਦਾ ਸੋਲੂਸ਼ਨ ਦਿੱਤਾ, ਆਹ ਮਿਕਸਚਰ ਦਿੱਤਾ ਹੋਇਆ ਹੈਗਾ, ਠੀਕ ਹੈ। ਇਹ ਵੀ ਤੁਸੀਂ ਲੈ ਸਕਦੇ ਹੋ ਡਿਫਰੈਂਸ ਵਾਸਤੇ ਤੇ ਆਪਣੇ ਕੋਲੇ ਡੈਫੀਨੇਸ਼ਨਸ ਵੀ ਲੈ ਸਕਦੇ ਹੋ। ਨੈਕਸਟ ਆਪਣੇ ਕੋਲੇ ਹੈਗਾ ਗਾ ਮਿਕਸਚਰ ਤੇ ਕੰਪਾਊਂਡ। ਹੁਣ ਅਸੀਂ ਦੋਨੇ ਚੀਜ਼ਾਂ ਪੜ੍ਹ ਚੁੱਕੇ ਹਾਂ, ਮਿਕਸਚਰ ਵੀ ਪੜ੍ਹ ਚੁੱਕੇ ਹਾਂ ਤੇ ਕੰਪਾਊਂਡ ਵੀ ਪੜ੍ਹ ਚੁੱਕੇ ਹਾਂ। ਇਹਨਾਂ ਦਾ ਡਿਫਰੈਂਸ ਬਹੁਤ ਇੰਪੋਰਟੈਂਟ ਹੈ, ਮੋਸਟਲੀ ਪੇਪਰ ਦੇ ਵਿੱਚ ਆ ਜਾਂਦਾ ਹੁੰਦਾ ਹੈ, ਠੀਕ ਹੈ। ਮਿਕਸਚਰ ਤੇ ਕੰਪਾਊਂਡ ਕੀ ਨੇ ਆਪਣੇ ਕੋਲੇ, ਯਾਨੀ ਮਿਸ਼ਰਣ ਅਤੇ ਯੌਗਿਕ, ਠੀਕ ਹੈ। ਹੁਣ ਮਿਕਸਚਰ, ਇਹ ਨਾ ਸੋਚੋ ਵੀ ਇਹ ਇੰਗਲਿਸ਼ ਮੀਡੀਅਮ ਵਾਲੇ ਬੱਚਿਆਂ ਵਾਸਤੇ ਟੇਬਲ ਬਣਾਇਆ ਹੋਇਆ, ਪੰਜਾਬੀ ਮੀਡੀਅਮ ਵਾਲਿਆਂ ਵਾਸਤੇ ਵੀ ਬਣਿਆ ਹੋਇਆ। ਨੈਕਸਟ ਸਲਾਈਡ ਦੇ ਵਿੱਚ ਉਹ ਵੀ ਦਿਖਾਉਂਗੀ, ਠੀਕ ਹੈ। ਆਪਾਂ ਇੱਕ ਵਾਰੀ ਸਮਝ ਇੱਥੋਂ ਲੈਂਦੇ ਹਾਂ, ਤਾਂ ਨੈਕਸਟ ਦੇ ਵਿੱਚ ਤੁਹਾਨੂੰ ਉਹ ਵਾਲਾ ਟੇਬਲ ਵੀ ਮੈਂ ਦਿਖਾ ਦੂੰਗੀ। ਮਿਸ਼ਰਣ ਤੇ ਯੌਗਿਕ ਦੇ ਵਿੱਚ ਫਰਕ ਕੀ ਹੈ। ਹੁਣ ਆਲਰੇਡੀ ਆਪਾਂ ਨੂੰ ਮਿਸ਼ਰਣ ਤੇ ਯੌਗਿਕ ਦਾ ਫਰਕ ਸਾਡੇ ਦਿਮਾਗ ਦੇ ਵਿੱਚ ਪਹਿਲਾਂ ਹੋਣਾ ਚਾਹੀਦਾ ਹੈ, ਫਿਰ ਅਸੀਂ ਇਹਨਾਂ ਪੁਆਇੰਟਸ ਨੂੰ ਚੰਗੀ ਤਰ੍ਹਾਂ ਸਮਝ ਸਕਦੇ ਹਾਂ, ਠੀਕ ਹੈ। ਪਹਿਲੀ ਤਾਂ ਉਹਨਾਂ ਦੀ ਆਪਣੇ ਕੋਲ ਡੈਫੀਨੇਸ਼ਨ ਹੀ ਹੁੰਦੀ ਹੈਗੀ, ਹਨਾ। ਮਿਕਸਚਰ ਕੀ ਨੇ, ਜਦੋਂ ਅਸੀਂ ਇੱਕ ਤੋਂ ਵੱਧ ਐਲੀਮੈਂਟਸ ਨੂੰ ਜਾਂ ਕੰਪਾਊਂਡਸ ਨੂੰ ਮਿਕਸ ਕਰ ਦਿੰਦੇ ਹਾਂ ਵਿਦਆਊਟ ਦ ਫਾਰਮੇਸ਼ਨ ਆਫ ਨਿਊ ਕੰਪਾਊਂਡ, ਉਹਦੇ ਵਿੱਚ ਕੋਈ ਨਵਾਂ ਪਦਾਰਥ ਨਹੀਂ ਬਣਦਾ, ਠੀਕ ਹੈ। ਇਹਦੀ ਉਦਾਹਰਨ ਲੈ ਕੇ ਚੱਲੋ ਆਪਦੇ ਦਿਮਾਗ ਦੇ ਵਿੱਚ। ਮਿਕਸਚਰ ਕੀ ਹੈਗਾ ਆਪਣੇ ਕੋਲੇ, ਪਾਣੀ ਦੇ ਵਿੱਚ ਅਸੀਂ ਖੰਡ ਘੋਲੀ ਹੋਈ ਹੈ, ਉਹ ਸਾਡੇ ਕੋਲੇ ਮਿਸ਼ਰਣ ਹੈ ਇੱਕ, ਉਹਦੀ ਉਦਾਹਰਨ ਦਿਮਾਗ 'ਚ ਲੈ ਕੇ ਚੱਲੋ ਤਾਂ ਹੀ ਤੁਹਾਨੂੰ ਸਾਰੇ ਪੁਆਇੰਟ ਸਮਝ ਲੱਗ ਜਾਣਗੇ। ਕੰਪਾਊਂਡ ਕੀ ਹੈਗਾ ਆਪਣੇ ਕੋਲੇ,
ਇਹ ਆਪਣੇ ਕੋਲੇ ਕੀ ਹੁੰਦੇ ਨੇ ਐਲੀਮੈਂਟਸ ਹੁੰਦੇ ਨੇ ਜਿਹੜੇ ਰਿਐਕਟ ਕਰਦੇ ਨੇ ਇੱਕ ਦੂਜੇ ਨਾਲ ਇੱਕ ਨਵਾਂ ਪਦਾਰਥ ਬਣਾਉਣ ਵਾਸਤੇ। ਜਿਵੇਂ ਵਾਟਰ ਦੇ ਵਿੱਚ ਅਸੀਂ ਪੜ੍ਹਿਆ ਸੀਗਾ 2 ਹਾਈਡਰੋਜਨ ਦੇ ਮੋਲੀਕਿਊਲਸ ਚਾਹੀਦੇ ਐਟਮ ਚਾਹੀਦੇ, ਇੱਕ ਸਾਨੂੰ ਆਕਸੀਜਨ ਦਾ ਐਟਮ ਚਾਹੀਦਾ, ਤਾਂ ਉਹ ਦੋਨੇ ਤਿੰਨੇ ਮਿਕਸ ਹੋ ਕੇ ਕੀ ਬਣਾਉਂਦੇ ਨੇ ਸਾਡੇ ਕੋਲੇ ਵਾਟਰ ਬਣਾਉਂਦੇ ਨੇਗੇ। ਠੀਕ ਹੈ, ਤਾਂ ਇਹ ਯਾਦ ਰੱਖਣੀਆਂ ਨੇ ਤਾਂ ਕਿ ਜਿਹੜਾ ਤੁਹਾਨੂੰ ਡਿਫਰੈਂਸ ਹੈ ਈਜ਼ੀਲੀ ਸਮਝ ਲੱਗ ਜੇ। ਠੀਕ ਹੈ, ਇਹਦੇ ਵਿੱਚ ਆਪਣੇ ਕੋਲੇ ਸਿਰਫ ਫਿਜ਼ੀਕਲ ਚੇਂਜ ਹੁੰਦੀ ਹੈ। ਠੀਕ ਹੈ, ਇਹਦੇ ਵਿੱਚ ਸਾਡੇ ਕੋਲੇ ਕੰਪਾਊਂਡਸ ਦੇ ਵਿੱਚ ਕੀ ਹੁੰਦੀ ਹੈ ਕੈਮੀਕਲ ਚੇਂਜ ਹੁੰਦੀ ਹੈ। ਪਤਾ ਹੀ ਹੈ ਹੁਣ ਸਾਨੂੰ ਫਿਜ਼ੀਕਲੀ ਆਪਾਂ ਉਹਨਾਂ ਨੂੰ ਮਿਕਸ ਕਰ ਦਿੰਦੇ ਆ ਪਰ ਇਹਦੇ ਵਿੱਚ ਕੈਮੀਕਲ ਰਿਐਕਸ਼ਨਸ ਇਨਵੋਲਵ ਹੁੰਦੀਆਂ ਨੇਗੀਆਂ। ਹੁਣ ਇਹਦੇ ਵਿੱਚ ਜਿਹੜੇ ਆਪਣੇ ਕੋਲੇ ਕਹਿੰਦੇ ਕੰਸਟੀਟਿਊਐਂਟਸ ਨੇਗੇ ਮਿਕਸਚਰ ਦੇ, ਇਹਨਾਂ ਨੂੰ ਆਪਾਂ ਈਜ਼ੀਲੀ ਸੈਪਰੇਟ ਕਰ ਸਕਦੇ ਆ ਬਾਈ ਫਿਲਟਰੇਸ਼ਨ, ਇਵੈਪੋਰੇਸ਼ਨ ਜਾਂ ਡਿਸਟੀਲੇਸ਼ਨ ਜਾਂ ਹੋਰ ਵੀ ਪ੍ਰੋਸੈਸ ਹੁੰਦੇ ਨੇਗੇ। ਤਾਂ ਇਹਨਾਂ ਦੇ ਮਿਸ਼ਰਣ ਨੂੰ ਅਸੀਂ ਕੀ ਕਰ ਸਕਦੇ ਆ ਡਿਫਰੈਂਟ ਸੈਪਰੇਟ ਕਰ ਸਕਦੇ ਆ। ਜਿਵੇਂ ਅਸੀਂ ਨਮਕ ਦੇ ਵਿੱਚ ਪਾਣੀ ਦੇ ਵਿੱਚ ਨਮਕ ਘੋਲ ਦਈਏ ਤਾਂ ਜੇ ਅਸੀਂ ਉਹਨੂੰ ਧੁੱਪ ਦੇ ਵਿੱਚ ਰੱਖਾਂਗੇ ਹਨਾ ਇਵੈਪੋਰੇਸ਼ਨ ਦੇ ਨਾਲ ਜਿਹੜਾ ਪਾਣੀ ਆ ਉਹ ਉੱਡ ਜਾਊਗਾ, ਪਿੱਛੇ ਸਾਡੇ ਕੋਲੇ ਕੀ ਬਚ ਜਾਂਦਾ ਹੈ ਨਮਕ ਬਚ ਜਾਂਦਾ ਹੈ। ਪਰ ਜਿਹੜਾ ਕੰਪਾਊਂਡ ਹੈ ਇਹਨਾਂ ਨੂੰ ਅਸੀਂ ਫਿਜ਼ੀਕਲੀ ਕਿਸੇ ਵੀ ਮੈਥਡ ਨਾਲ ਸੈਪਰੇਟ ਨਹੀਂ ਕਰ ਸਕਦੇ, ਪਰ ਹਾਂ ਇਹ ਕੈਮੀਕਲ ਰਿਐਕਸ਼ਨਸ ਨਾਲ ਸੈਪਰੇਟ ਹੋ ਸਕਦੇ ਨੇ। ਠੀਕ ਹੈ, ਤਾਂ ਮਤਲਬ ਆ ਜਿਹੜੇ ਕੰਪਾਊਂਡਸ ਨੇ ਇਹਦੇ ਵਿੱਚ ਸਾਰੀ ਕੈਮੀਕਲ ਰਿਐਕਸ਼ਨਸ ਇਨਵੋਲਵ ਹੁੰਦੀਆਂ ਨੇ, ਮਿਕਸਚਰ ਦੇ ਵਿੱਚ ਸਿਰਫ ਫਿਜ਼ੀਕਲ ਪ੍ਰੋਸੈਸ ਇਨਵੋਲਵ ਹੁੰਦਾ ਹੈ। ਠੀਕ ਹੈ, ਹੁਣ ਜਿਹੜੇ ਮਿਸ਼ਰਣ ਬਣਦੇ ਨੇ ਕਹਿੰਦੇ ਜਿਹੜੇ ਉਹਨਾਂ ਦੇ ਪ੍ਰੋਪਰਟੀਜ਼ ਹੁੰਦੀਆਂ ਨੇ ਉਹਨਾਂ ਦੇ ਕੰਸਟੀਟਿਊਐਂਟਸ ਦੀਆਂ ਪ੍ਰੋਪਰਟੀਜ਼ ਹੁੰਦੀਆਂ ਨੇਗੀਆਂ। ਕੰਸਟੀਟਿਊਐਂਟਸ ਮੀਨਸ ਜਿਹੜੇ ਚੀਜ਼ਾਂ ਨਾਲ ਉਹ ਮਿਲ ਕੇ ਬਣੇ ਹੁੰਦੇ ਨੇਗੇ, ਪਰ ਜਿਹੜੀਆਂ ਪ੍ਰੋਪਰਟੀਜ਼ ਕੰਪਾਊਂਡ ਦੀਆਂ ਹੁੰਦੀਆਂ ਨੇ ਉਹ ਉਹਨਾਂ ਦੇ ਕੰਸਟੀਟਿਊਐਂਟਸ ਤੋਂ ਕੀ ਹੁੰਦੀਆਂ ਨੇ ਡਿਫਰੈਂਟ ਹੁੰਦੀਆਂ ਨੇ। ਕੰਪੋਜੀਸ਼ਨ ਆਫ ਮਿਕਸਚਰ ਇਜ਼ ਆਲਵੇਜ਼ ਵੇਰੀਏਬਲ। ਕੰਪੋਜੀਸ਼ਨ ਹੈ ਜਿਹੜੀ ਇਹਦੀ ਆਪਾਂ ਵੇਰੀ ਕਰ ਸਕਦੇ ਹਾਂ। ਆਪਾਂ ਨੂੰ ਜ਼ਰੂਰੀ ਨਹੀਂ ਦਿੱਤਾ ਹੋਇਆ ਕਿ ਲੀਟਰ ਪਾਣੀ ਦੇ ਵਿੱਚ ਅਸੀਂ ਅੱਧਾ ਕਿਲੋ ਖੰਡ ਹੀ ਘੋਲਣੀ ਹੈ। ਠੀਕ ਹੈ, ਜੇ ਕਿਸੇ ਦਾ ਮਨ ਕਰੇ 400 ਗ੍ਰਾਮ ਵੀ ਘੋਲ ਸਕਦਾ ਕੋਈ, ਜੇ ਕਿਸੇ ਦਾ ਮਨ ਕਰੇ 600 ਗ੍ਰਾਮ ਵੀ ਘੋਲ ਸਕਦਾ। ਠੀਕ ਹੈ, ਪਰ ਜਿਹੜੀ ਕੰਪੋਜੀਸ਼ਨ ਆਪਣੇ ਕੋਲੇ ਕੰਪਾਊਂਡਸ ਦੀ ਹੈ ਇਹ ਹਮੇਸ਼ਾ ਕੀ ਹੁੰਦੀ ਹੈ ਫਿਕਸ ਹੁੰਦੀ ਹੈ। ਉਵੇਂ ਹੀ ਜਿਵੇਂ ਹਾਈਡਰੋਜਨ ਦੇ ਵਿੱਚ ਤੁਹਾਨੂੰ ਆਕਸੀਜਨ ਦੇ ਵਿੱਚ ਤੁਹਾਨੂੰ ਵਾਟਰ ਦੇ ਵਿੱਚ ਤੁਹਾਨੂੰ ਕਿਹਾ ਸੀ ਕਿ ਹਾਈਡਰੋਜਨ ਦੇ 2 ਐਟਮ ਨੇ ਤੇ ਇੱਕ ਆਕਸੀਜਨ ਦਾ ਗਾ, ਇਹ ਫਿਕਸ ਰਹੂਗਾ, ਇਹਨੂੰ ਅਸੀਂ ਚੇਂਜ ਨਹੀਂ ਕਰ ਸਕਦੇ। ਠੀਕ ਹੈ, ਜਿਹੜੇ ਮਿਕਸਚਰ ਨੇ ਇਹਨਾਂ ਦਾ ਕੋਈ ਫਿਕਸ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਨਹੀਂ ਹੁੰਦਾ। ਜਦੋਂ ਇਹਨਾਂ ਦੀ ਕੰਪੋਜੀਸ਼ਨ ਫਿਕਸ ਨਹੀਂ ਹੈਗੀ ਤਾਂ ਬੋਇਲਿੰਗ ਪੁਆਇੰਟ ਤੇ ਮੈਲਟਿੰਗ ਪੁਆਇੰਟ ਵੀ ਫਿਕਸ ਨਹੀਂ ਹੋਣਗੇ। ਪਰ ਜਿਹੜੇ ਕੰਪਾਊਂਡ ਨੇ ਇਹਨਾਂ ਦਾ ਮੈਲਟਿੰਗ ਤੇ ਬੋਇਲਿੰਗ ਪੁਆਇੰਟ ਕੀ ਹੁੰਦਾ ਫਿਕਸ ਹੁੰਦਾ। ਜਿਵੇਂ ਪਾਣੀ ਹੈ, ਠੀਕ ਹੈ, ਇਹਨੇ ਜੇ ਫਰੀਜ਼ ਹੋਣਾ ਹੈ ਤਾਂ 0 ਡਿਗਰੀ ਸੈਲਸੀਅਸ ਤੇ ਹੋਣਾ ਹੈ, ਤੇ ਜੇ ਇਹਨੇ ਬੋਇਲ ਹੋਣਾ ਸਟਾਰਟ ਹੋਣਾ ਤਾਂ 100 ਡਿਗਰੀ ਸੈਲਸੀਅਸ ਤੇ ਹੀ ਬੋਇਲ ਹੋਣਾ ਸਟਾਰਟ ਹੋਣਾ। ਠੀਕ ਹੈ, ਮਿਕਸਚਰ ਕੀ ਹੁੰਦੇ ਨੇ ਇਹ ਹੋਮੋਜੀਨੀਅਸ ਵੀ ਹੋ ਸਕਦੇ ਨੇ ਤੇ ਹੈਟਰੋਜੀਨੀਅਸ ਵੀ ਹੋ ਸਕਦੇ ਨੇ। ਮੀਨਸ ਵਿਖਮੰਗੀ ਵੀ ਹੋ ਸਕਦੇ ਨੇ ਤੇ ਸਮੰਗੀ ਵੀ ਹੋ ਸਕਦੇ ਨੇ। ਠੀਕ ਹੈ, ਪਰ ਜਿਹੜੇ ਕੰਪਾਊਂਡ ਨੇ ਇਹ ਹਮੇਸ਼ਾ ਹੀ ਕੀ ਹੁੰਦੇ ਨੇ ਆਪਣੇ ਕੋਲੇ ਹੋਮੋਜੀਨੀਅਸ ਹੁੰਦੇ ਨੇ, ਮਤਲਬ ਇਹਨਾਂ ਨੂੰ ਅਸੀਂ ਕਿਸੇ ਵੀ ਫਿਜ਼ੀਕਲ ਪ੍ਰੋਸੈਸ ਨਾਲ ਸੈਪਰੇਟ ਨਹੀਂ ਕਰ ਸਕਦੇ। ਠੀਕ ਹੈ, ਮਿਸ਼ਰਣ ਨੇ ਜਿਹੜੇ ਹੋਮੋਜੀਨੀਅਸ ਵੀ ਹੋ ਸਕਦੇ ਨੇ ਹੈਟਰੋਜੀਨੀਅਸ ਵੀ ਹੋ ਸਕਦੇ ਨੇ। ਹੋਮੋਜੀਨੀਅਸ ਮਤਲਬ ਯੂਨੀਫਾਰਮਲੀ ਵੀ ਦਿਖ ਸਕਦੇ ਨੇ ਆਪਾਂ ਨੂੰ, ਨਾਨ ਯੂਨੀਫਾਰਮਲੀ ਵੀ ਦਿਖ ਸਕਦੇ ਨੇ। ਠੀਕ ਹੈ, ਇਹੀ ਸੇਮ ਟੇਬਲ ਤੁਹਾਡੇ ਲਈ ਪੰਜਾਬੀ ਮੀਡੀਅਮ ਦੇ ਵਿੱਚ ਵੀ ਬਣਾਇਆ ਗਿਆ ਜਿਹਦੇ ਵਿੱਚ ਮਿਸ਼ਰਣ ਅਤੇ ਯੌਗਿਕ ਦੇ ਫਰਕ ਨੂੰ ਦੱਸਿਆ ਗਿਆ। ਠੀਕ ਹੈ, ਇਹਦੇ ਵਿੱਚ ਮੈਂ ਆਲਮੋਸਟ 6 ਤੋਂ 7 ਪੁਆਇੰਟ ਕਵਰ ਕੀਤੇ ਨੇਗੇ। ਉਹ ਤੁਹਾਡੀ ਬੁੱਕ ਦੇ ਵਿੱਚ ਵੀ ਹੈਗੇ ਕੁਝ ਕੁ ਪੁਆਇੰਟਸ, ਪਰ ਤੁਸੀਂ ਇਹ ਵੀ ਉਹਨਾਂ ਦੇ ਵਿੱਚ ਐਡ ਆਨ ਕਰ ਸਕਦੇ ਹੋਗੇ। ਠੀਕ ਹੈ, ਜਿਹੜੇ ਪੁਆਇੰਟ ਤੁਹਾਨੂੰ ਲੱਗਦਾ ਵੀ ਸਾਡੀ ਬੁੱਕ ਦੇ ਵਿੱਚ ਨਹੀਂ ਹੈਗੇ ਉਹ ਅਸੀਂ ਇੱਥੋਂ ਐਡ ਕਰ ਸਕਦੇ ਹਾਂ। ਠੀਕ ਹੈ, ਇਹ ਸਾਡੇ ਕੋਲੇ ਚੈਪਟਰ ਦਾ ਮੈਂ ਇੱਕ ਪੋਰਸ਼ਨ ਕਵਰ ਕੀਤਾ। ਠੀਕ ਹੈ, ਨੈਕਸਟ ਅਸੀਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਤੇ ਹੋਪਫੁਲੀ ਤੁਹਾਨੂੰ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ। ਜੇ ਵੀਡੀਓ ਦਾ ਕੰਟੈਂਟ ਜਾਂ ਕੁਝ ਵੀ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਹਾਨੂੰ ਜਿਹੜੀਆਂ ਨੈਕਸਟ ਅਪਡੇਟਸ ਨੇਗੀਆਂ ਉਹ ਇਸ ਚੈਨਲ ਦੇ ਉੱਤੇ ਮਿਲਦੀਆਂ ਰਹਿਣ। ਠੀਕ ਹੈ, ਤਾਂ ਕਿ ਤੁਹਾਡਾ ਕੋਈ ਵੀ ਲੈਕਚਰ ਵਿੱਚੋਂ ਮਿਸ ਨਾ ਹੋਵੇ। ਇਹ ਨਾ ਹੋਵੇ ਕਿ ਤੁਸੀਂ ਫਸਟ ਲੈਕਚਰ ਲਾ ਲਓ ਤੇ ਤੁਹਾਨੂੰ ਸੈਕਿੰਡ ਲੈਕਚਰ ਪਤਾ ਨਾ ਲੱਗੇ, ਥਰਡ ਲੈਕਚਰ ਤੁਹਾਨੂੰ ਫਿਰ ਸੈਕਿੰਡ ਲੈਕਚਰ ਤੋਂ ਬਾਅਦ ਕੁਝ ਸਮਝ ਨਹੀਂ ਲੱਗਣਾ। ਠੀਕ ਹੈ, ਥੈਂਕ ਯੂ ਸੋ ਮਚ, stay blessed।